ਵਾਹਿਗੁਰੂ ਸਾਹਿਬ ਜੀ। जब लो नहीं भाग लीलारि उदय, तब लो भ्रमते फिरते बहुतायो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारण को अवतार बनायो। जपियो जिन अर्जुन देव गुरु, फिर संकट जोन गर्भ न आयो। तू मेरो मेर पर्वत स्वामी, ओट गही मैं तेरी। ना तुम डोलो हो ना हम गिरते, रख लीनी हर मेरी। सतनाम वाहिगुरु साहिब जीओ। श्री राग महला पंजवा। इक पछाणु जी का, इको रखण हार। इकस का मन आसरा, इको प्राण आधार। तिस शरणाई सदा सुख, पार ब्रह्म करतार। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹਾਂ ਸੱਚੇ ਪਾਤਸ਼ਾਹ ਹਜ਼ੂਰ ਜੀ ਦੇ ਇਸ ਪਾਵਨ ਖਜ਼ਾਨੇ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਦਾਤਾਰ ਪਿਤਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਇਹ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਸਰਵਣ ਕਰ ਰਹੇ ਹੋ, 45 ਅੰਗ ਤੇ ਸੁਸ਼ੋਭਿਤ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ 8 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਆਪ ਜੀ ਬਖਸ਼ੋ ਅਸੀਸ। ਅੱਗੇ ਬਾਣੀ ਪੜ੍ਹਨ ਵਾਲਿਆਂ ਨੂੰ, ਵਿਚਾਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਸਤਿਗੁਰ ਜੀ ਇਕਾਗਰ ਚਿੱਤ ਦੀ ਭਾਵਨਾ ਬਖਸ਼ਣ। ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਛਾਣੂ ਦਾ ਭਾਵ ਹੈ ਮਿੱਤਰ, ਪਛਾਣਨ ਵਾਲਾ, ਨਿਭਣ ਵਾਲਾ, ਜਿਹੜਾ ਅੰਦਰ ਦੀ ਜਾਣਦਾ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀ ਕਾ, ਇੱਕੋ ਰੱਖਣਹਾਰ। ਇੱਕੋ ਹੀ ਪਛਾਣੂ ਭਾਵ ਕਿ ਸਦਾ ਨਾਲ ਨਿਭਣ ਵਾਲਾ ਦਾਤਾ ਉਹੀ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ। ਤੇ ਉਹ ਰੱਖਣ ਵਾਲਾ ਵੀ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰਜਾਮੀ। ਇਕਸ ਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਜੇ ਆਸਰਾ ਹੈ ਕਿਸੇ ਦਾ, ਆਸਰਾ ਲਫ਼ਜ਼ ਆਸ ਤੋਂ ਬਣਿਆ। ਹਰ ਇੱਕ ਮਨੁੱਖ ਦੀ, ਹਰ ਇੱਕ ਮਨੁੱਖ ਦੇ ਉੱਤੇ ਆਸ ਹੁੰਦੀ ਹੈ, ਲਾਜ਼ਮੀ ਹੈ। ਅਸੀਂ ਮਨੁੱਖ ਹੈਗੇ ਹਾਂ, ਆਸ ਤੋਂ ਬਿਨਾਂ ਸਾਡਾ ਜੀਵਨ ਅੱਗੇ ਵੱਧ ਹੀ ਨਹੀਂ ਸਕਦਾ। ਬੱਚਿਆਂ ਨੂੰ ਮਾਂ ਬਾਪ ਤੋਂ ਹੁੰਦੀ ਹੈ, ਫਿਰ ਮਾਂ ਬਾਪ ਨੂੰ ਇੱਕ ਅਵਸਥਾ 'ਤੇ ਬੱਚਿਆਂ ਨਾਲ ਹੁੰਦੀ ਹੈ। ਸੰਸਾਰ ਵਿੱਚ ਮਿੱਤਰ, ਸਨੇਹੀ, ਪਤੀ ਪਤਨੀ ਸਭ ਨੂੰ ਆਸ ਹੈ ਇੱਕ ਦੂਸਰੇ ਤੋਂ। ਪਰ ਇਹ ਜ਼ਰੂਰੀ ਨਹੀਂ ਹੈ ਕਿ ਸਾਡੀ ਰੱਖੀ ਹੋਈ ਆਸ ਕਿਸੇ ਉੱਤੇ ਹਮੇਸ਼ਾ ਹੀ ਪੂਰਨ ਹੋਏ। ਪਰ ਇੱਕ ਆਸ ਕਦੀ ਬੇਆਸ ਤੇ ਨਿਰਾਸ ਨਹੀਂ ਹੁੰਦੀ, ਉਹ ਹੈ ਇੱਕ ਵਾਹਿਗੁਰੂ ਦੀ। ਇਹਨੂੰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਇਕਸ ਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਇੱਕੋ ਹੀ ਵਾਹਿਗੁਰੂ ਦੇ ਉੱਤੇ ਮੇਰੀ ਟੇਕ ਹੈ, ਮੇਰੇ ਪ੍ਰਾਣਾਂ ਦਾ ਆਧਾਰ ਉਹ ਹੈ। ਤਿਸ ਸ਼ਰਣਾਈ ਸਦਾ ਸੁਖ, ਉਹਦੀ ਸ਼ਰਨ ਵਿੱਚ ਸੁਖ ਹੈ,
ਪਾਰ ਬ੍ਰਹਮ ਕਰਤਾਰ ਹੈ। ਕੌਣ ਹੈ ਉਹ ਸਾਰੀ ਸ੍ਰਿਸ਼ਟੀ ਦਾ ਪਾਰ ਬ੍ਰਹਮ ਬਣਾਉਣ ਵਾਲਾ ਤੇ ਸਭ ਦਾ ਕਰਨਹਾਰ ਕਰਤਾਰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਮੇਰਾ ਜੇ ਕਿਸੇ ਉੱਤੇ ਵਿਸ਼ਵਾਸ ਹੈ, ਪ੍ਰਥਮੇ ਮਤਾ ਜੇ ਪਤਰੀ ਚਲਾਵੂੰ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੂੰ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇੱਕੋ ਵਾਹਿਗੁਰੂ ਦੇ ਉੱਤੇ ਮੇਰੀ ਆਸ ਹੈ। ਔਰ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿੰਨੀ ਕੁ ਤੂੰ ਆਪਣੇ ਜੀਵਨ ਵਿੱਚ ਦੂਜਿਆਂ ਤੋਂ ਆਸਾਂ, ਜਿਹਨੂੰ ਅਸੀਂ ਐਕਸਪੈਕਟੇਸ਼ਨਸ ਕਹਿੰਦੇ ਹਾਂ, ਘਟਾਉਣੀਆਂ ਤੇ ਬਿਲਕੁਲ ਹੀ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਉੱਤੇ ਪੂਰਨ ਆਸ ਰੱਖਣੀ ਸ਼ੁਰੂ ਕਰੇਂਗਾ, ਅੱਧੇ ਜੀਵਨ ਦੇ ਤੇਰੇ ਜਿੰਨੇ ਵੀ ਦੁੱਖ ਨੇ, ਜਿੰਨੀ ਮਨ ਦੀਆਂ ਪਰੇਸ਼ਾਨੀਆਂ ਤੇ ਇੱਛਾਵਾਂ ਨੇ, ਇਹ ਘਟਣੀਆਂ ਸ਼ੁਰੂ ਹੋਣਗੀਆਂ। ਹੁਣ ਇਹਦਾ ਮਤਲਬ ਕੀ ਹੈ ਕਿ ਫਿਰ ਜੇ ਆਸ ਹੀ ਛੱਡ ਦਈਏ ਤੇ ਮਾਲਕ ਜੇ ਆਪਣੇ ਨੌਕਰ ਤੋਂ ਆਸ ਹੀ ਛੱਡ ਦੇ ਤੇ ਫਿਰ ਕਾਹਦੀ ਉਹਨੂੰ ਸੈਲਰੀ ਦੇਗਾ, ਤਨਖਾਹ ਦੇਗਾ। ਜੇ ਕੋਈ ਕਿਸੇ ਨਾਲ ਹੁਣ ਜੇ ਨੌਕਰ ਹੀ ਆਸ ਛੱਡ ਦੇ ਵੀ ਮਾਲਕ ਮੈਨੂੰ ਰੱਖਣ ਵਾਲਾ ਹੈ, ਜੇ ਦੁੱਖਾਂ ਦੇ ਵਿੱਚ ਸਹਾਈ ਹੋਏਗਾ। ਪਰ ਸਮਝੋ ਇਸ ਬਾਤ ਨੂੰ, ਸਤਿਗੁਰ ਜੀ ਕਿਸ ਆਸ ਦੀ ਗੱਲ ਕਰ ਰਹੇ। ਨਾ ਇੱਥੇ ਕਾਰੋਬਾਰਾਂ ਦੀ ਆਸ ਹੈ, ਨਾ ਇੱਥੇ ਕੰਮ ਪੂਰੇ ਕਰਨ ਦੀ ਆਸ ਹੈ। ਇਸ ਸ਼ਬਦ ਦੇ ਵਿੱਚ ਹੈ ਪਰਮ ਸੁਖ ਤੇ ਆਨੰਦ ਦੀ ਆਸ। ਸੰਸਾਰ ਦੇ ਕਿਸੇ ਵੀ ਦਿਖਦੇ ਪਸਾਰੇ ਵਿੱਚੋਂ ਪਰਮ ਸੁਖ ਤੇ ਆਨੰਦ ਦੀ ਆਸ ਨਾ ਰੱਖੋ। ਜੇ ਪਰਮ ਸੁਖ ਤੇ ਆਨੰਦ ਦੀ ਆਸ ਕਿਸੇ ਤੋਂ ਲੈਣੀ ਹੈ ਤੇ ਉਹ ਪ੍ਰਭੂ ਦੇ ਉੱਤੇ ਰੱਖੋ। ਇਸ ਕਰਕੇ ਰਹਾਉ ਦੀ ਤੁਕਾਂ ਦੇ ਵਿੱਚ ਸਾਰਾ ਕੁਝ ਸਤਿਗੁਰ ਜੀ ਸਪਸ਼ਟ ਕਰ ਰਹੇ ਨੇ। ਆਓ ਜੀ ਸਾਰੇ ਨਾਲ ਜਪੋ ਤੇ ਸਰਵਣ ਕਰੀਏ ਜੀ। ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਆਰਾਧ ਨਿਤ, ਇਕਸ ਕੀ ਲੇਵ ਲਾਗ ਰਹਾਉ। ਫਿਰ ਸਪਸ਼ਟ ਕੀਤਾ ਹੈ ਕਿ ਮੇਰੇ ਮਨ ਮੇਰੇ ਸਗਲ ਉਪਾਵ ਤਿਆਗ, ਮੇਰੇ ਮਨ ਸਾਰੇ ਉਪਾਵ ਤਿਆਗ ਦੇ। ਸਾਰੇ ਉਪਾਵ ਦਾ ਮਤਲਬ ਹੈ ਜਿੰਨੇ ਵੀ ਯਤਨ ਤੂੰ ਸੁਖ ਪ੍ਰਾਪਤ ਕਰਨ ਵਾਸਤੇ ਆਸ ਰੱਖੀ ਬੈਠਾ ਪਦਾਰਥਾਂ ਦੇ ਉੱਤੇ, ਇਹ ਆਸ ਵੀ ਫਿੱਕੀ ਪੈ ਜਾਏਗੀ। ਸੰਸਾਰ ਦੇ ਜੀਆਂ ਉੱਤੇ ਇਹ ਸਭ ਕੁਝ ਫਿੱਕਾ ਪੈ ਜਾਏਗਾ। ਇੱਕ ਦਿਨ ਸਾਰੇ ਸੰਸਾਰ ਦੇ ਰੰਗ, ਜਿਹਨੂੰ ਮਹਾਰਾਜ ਜੀ ਕਹਿੰਦੇ ਨਾ ਕਿ ਕੱਚਾ ਰੰਗ ਕੁਸੰਭ ਕਾ, ਇਹ ਕੱਚਾ ਹੈ। ਇਹਨੂੰ ਮਹਾਰਾਜ ਕਹਿੰਦੇ ਥੋੜੜਿਆਂ ਦਿਨ ਚਾਰ ਜੀ। ਇਹ ਸਿਰਫ 4 ਦਿਨਾਂ ਦਾ। ਇਸ ਕਰਕੇ ਜਿਹੜਾ ਰੰਗ ਸਦਾ ਰਹਿਣ ਵਾਲਾ ਹੈ ਆਨੰਦਮਈ, ਉਹ ਹੈ ਗੁਰਪੂਰਾ ਆਰਾਧ ਨਿਤ, ਇਕਸ ਕੀ ਲਿਵਲਾਗ। ਇੱਕ ਵਾਹਿਗੁਰੂ ਵਿੱਚ ਆਪਣੀ ਸੁਰਤ ਜੋੜ ਤੇ ਪੂਰੇ ਗੁਰੂ ਦੀ ਆਰਾਧਨਾ ਕਰ। ਕੀ ਹੋਏਗਾ? ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਦੇਖ ਤੈਨੂੰ ਸੁਖ ਵੀ ਮਿਲੇਗਾ, ਨਿਹਾਲ ਵੀ ਹੋਏਗਾ ਤੇ ਤੇਰੇ ਰੁਕੇ ਹੋਏ ਕਾਰਜ ਤੇ ਪਰਮ ਕਾਰਜ ਵੀ ਪੂਰਨ ਹੋਏਗਾ ਜੋ ਪ੍ਰਭੂ ਦੀ ਪ੍ਰਾਪਤੀ ਵਾਲਾ ਹੈ। ਇਸ ਕਰਕੇ ਸਾਰੇ ਉਪਾਵ, ਸਾਰੀਆਂ ਸਿਆਣਪਾਂ ਛੱਡ ਇੱਕ ਵਾਹਿਗੁਰੂ ਦੇ ਸ਼ਬਦ ਵਿੱਚ ਲਿਵਲਾ ਕੇ ਰੱਖ ਰਹਾਉ। ਇੱਕੋ ਭਾਈ ਮਿਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭ ਮਨੋ ਨਾ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਫਿਰ ਅੱਗੇ ਸਤਿਗੁਰ ਜੀ ਕਿਰਪਾ ਕਰਕੇ ਬੜੀ ਰਹਿਮਤ ਕਰਕੇ ਇਹ ਸਮਝਾਉਂਦੇ ਨੇ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਬੰਦਿਆ ਮੇਰੀ ਗੱਲ ਸੁਣ ਲੈ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ। ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਦਾ ਪ੍ਰੇਮ ਸਾਡਾ ਭਰਾਵਾਂ ਨਾਲ ਹੈ, ਜਿਸ ਤਰ੍ਹਾਂ ਦੀ ਆਸ ਸਾਡੇ ਮਿੱਤਰਾਂ ਦੇ ਨਾਲ ਹੈ ਸੰਸਾਰਿਕ, ਤੇ ਜਿਸ ਤਰ੍ਹਾਂ ਦਾ ਸਾਡਾ ਸਨੇਹ ਮਾਤ ਪਿਤਾ ਨਾਲ ਹੈ, ਉਹੋ ਜੀ ਆਸ, ਉਹੋ ਜਿਹਾ ਸਨੇਹ, ਉਹੋ ਜਿਹਾ ਬੰਧਨ ਜਿਹੜਾ ਅਸੀਂ ਮਿੱਤਰਾਂ ਨਾਲ, ਸਨੇਹੀਆਂ ਨਾਲ ਕਰਦੇ ਹਾਂ, ਉਹ ਵਾਹਿਗੁਰੂ ਨਾਲ ਕਰਨਾ ਸਿੱਖ ਲੈ। ਕੁਝ ਵੀ ਬਦਲਣਾ ਨਹੀਂ ਹੈ। ਨਿਤ ਹੀ ਮਨ ਦੇ ਅੰਦਰ ਦੀ ਖਿੱਚ ਵੀ ਉਹੀ ਰੱਖਣੀ ਹੈ ਜੋ ਸੰਸਾਰੀ ਰੱਖਦਾ ਹੈ। ਇਹਨੂੰ ਹੀ ਸਤਿਗੁਰੂ ਜੀ ਕਹਿੰਦੇ ਸਗਲ ਉਪਾਵ ਤਿਆਗ। ਰਹਾਉ ਦੀ ਤੁਕਾਂ 'ਚ ਪੜ੍ਹਿਆ ਹੈ ਨਾ, ਇਹ ਉਪਾਵ ਹੁਣ ਵਾਹਿਗੁਰੂ ਨਾਲ ਰੱਖ। ਜਿਹੋ ਜਿਹਾ ਪ੍ਰੇਮ ਸਾਡਾ ਮਾਤ ਪਿਤਾ ਬਨਤਾ ਸੁਤ ਬੰਦਿਪ ਇਸ਼ਟ ਮੀਤ ਅਰ ਭਾਈ ਇਹਨਾਂ ਨਾਲ ਹੈ, ਤੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਤੇ ਜਿਹੜਾ ਸਹਾਈ ਹੋਣ ਵਾਲਾ ਹੈ, ਹਰ ਜਸ ਰੇ ਮਨਾ ਗਾਇਲਾ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਜੋ ਸਹਾਈ ਹੋਣ ਵਾਲਾ ਹੈ, ਸੱਚੇ ਪਾਤਸ਼ਾਹ ਕਹਿੰਦੇ ਉਹਦੀ ਆਸ ਰੱਖੀਏ। ਇਹਨੂੰ ਸਾਹਿਬ ਜੀ ਨੇ ਬੜਾ ਸੋਹਣਾ ਆਖਿਆ, ਇਹ ਇਕਸ ਕੀ ਮਨ ਟੇਕ ਹੈ।
ਭਾਈ, ਕਿਉਂਕਿ ਇੱਕੋ ਭਾਈ ਮਿੱਤ ਇੱਕ, ਇੱਕੋ ਹੀ ਵਾਹਿਗੁਰੂ ਨੂੰ ਮੰਨ, ਇੱਕੋ ਮਾਤ ਪਿਤਾ, ਵੈਦੋ ਨਾ ਵਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੀ ਕੀਤਾ, ਜਿਸ ਹੋਵੈ ਪਾਪਾ ਮਲ ਧੋਵੈ, ਸੋ ਸਿਮਰੋ ਪ੍ਰਧਾਨ ਹੀ। ਇਵੇਂ ਵੀ ਸਤਿਗੁਰ ਜੀ ਨੇ ਆਖਿਆ, ਸਾਈਂ ਮਹਿੰਡਾ ਇਠੜਾ, ਅਮ ਅੱਬੇ ਥਾਵੋਂ ਮਿੱਠੜਾ। ਅੰਮਾ ਤੇ ਅੱਬਾ ਸੰਸਾਰ ਦਾ ਜਿਹੋ ਜਿਹਾ ਨੇਹ ਹੈ, ਇੱਕ ਵਾਰੀ ਵਾਹਿਗੁਰੂ ਨਾਲ ਕਰਕੇ ਦੇਖ, ਅੰਮੀ ਤੇ ਅੱਬਾ ਉੱਥੇ ਤੱਕ ਨਹੀਂ ਅਪੜ ਸਕਦੇ ਜਿੱਥੇ ਤੱਕ ਵਾਹਿਗੁਰੂ ਦਾ ਨੇਹ ਨਿਪੜੇ ਅਪੜੇਗਾ। ਇਸ ਕਰਕੇ ਉਹਦੇ ਨਾਲ ਹੈ, ਇਕਸ ਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਜਿਨੇ ਜੀਓ ਪਿੰਡ ਦਿੱਤਾ ਉਹਦੀ ਟੇਕ ਰੱਖ, ਸੋ ਪ੍ਰਭ ਮਨੋ ਨਾ ਵੀਸਰੈ, ਜਿਨ ਸਭ ਕਿਛ ਵਸ ਕੀਤਾ। ਜਿਹਦੇ ਵਸਗਤ ਸਭ ਕੁਛ ਹੈ, ਜਿਹਦੇ ਕੋਲ ਸਾਰੀ ਤਾਕਤ ਹੈ, ਉਸੀ ਨੂੰ ਆਪਣੇ ਮਨ ਵਿੱਚ ਚੇਤੇ ਰੱਖ। ਜੇ ਉਹ ਵਿਸਰ ਗਿਆ ਤੇ ਪਰਮ ਸੁਖ ਨਹੀਂ ਮਿਲ ਸਕਦਾ। ਸਦਾ ਹੀ ਮਨ ਦੇ ਅੰਦਰ ਇੱਕ ਟੋਟਾ ਪਿਆ ਰਹੇਗਾ, ਆਤਮ ਹਮੇਸ਼ਾ ਅਧੂਰੀ ਰਹੇਗੀ ਜਦ ਤੱਕ ਪਰ ਆਤਮ ਦਾ ਸਿਮਰਨ ਨਹੀਂ ਹੈ ਜੀ। ਘਰ ਇੱਕੋ ਬਾਹਰ ਇੱਕੋ, ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ, ਆਠ ਪਹਿਰ ਤਿਸ ਜਾਪ। ਇਕਸ ਸੇਤੀ ਰਤਿਆਂ, ਨਾ ਹੋਵੀ ਸੋਗ ਸੰਤਾਪ। ਇਹ ਵੀ ਵਚਨ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ। ਘਰ ਇੱਕੋ ਬਾਹਰ ਇੱਕੋ, ਥਾਨ ਤਨੰਤਰ ਆਪ। ਘਰੋਂ ਨਿਕਲਿਆ ਤਾਂ ਵੀ ਉਸ ਪ੍ਰਭੂ ਦੇ ਉੱਤੇ ਆਸਰਾ, ਘਰ ਵੜਿਆ ਤਾਂ ਵੀ ਉਸ ਪ੍ਰਭੂ ਦਾ ਸਿਮਰਨ। ਹਰ ਥਾਂ ਦੇ ਵਿੱਚ ਤੇ ਥਾਂ ਦੇ ਅੰਤਰ, ਹਰ ਇੱਕ ਚੀਜ਼ ਸ਼ੈ ਦੇ ਵਿੱਚ ਉਹ ਵਾਹਿਗੁਰੂ ਹੈ। ਇੰਨਾ ਨੇੜੇ ਹੋ ਕੇ ਉਹਨੂੰ ਅਨੁਭਵ ਕਰ, ਆਪਣੇ ਜੀਵਨ ਵਿੱਚ ਅਹਿਸਾਸ ਕਰ। ਜੀ ਜੰਤ ਸਭ ਜਿਨ ਕੀਏ, ਜਿਹਨੇ ਜੀ ਜੰਤ ਬਣਾਏ ਨੇ, ਆਠ ਪਹਿਰ ਤਿਸ ਜਾਪ, ਜਿਹਨੇ ਸਭ ਕੁਝ ਬਣਾਇਆ ਉਹਦਾ ਸਿਮਰਨ ਅਠੇ ਪਹਿਰ ਕਰ। ਇੱਕ ਸੇਤੀ ਰਤਿਆਂ, ਨਾ ਹੋਵੀ ਸੋਗ ਸੰਤਾਪ। ਉਸ ਵਾਹਿਗੁਰੂ ਦੇ ਸਿਮਰਨ ਵਿੱਚ ਰਤਿਆਂ, ਜਿਵੇਂ ਭਾਈ ਭਿਖਾਰੀ ਜੀ ਪ੍ਰਭੂ ਦੇ ਸਿਮਰਨ ਵਿੱਚ ਰਤੇ ਨੇ। ਘਰ ਵਿੱਚ ਪੁੱਤਰ ਦਾ ਵਿਆਹ, ਪਰ ਫਿਰ ਵੀ ਸਿਮਰਨ ਦੇ ਵਿੱਚ, ਤੇ ਆਉਣ ਵਾਲਾ ਅਗਲਾ ਦਿਨ ਮਹਾਂ ਤੇ ਸੋਗ ਸੰਤਾਪ ਬਣਨ ਵਾਲਾ, ਪਰ ਉਹਨਾਂ ਨੂੰ ਸੋਗ ਸੰਤਾਪ ਕਦੀ ਵੀ ਅਪੜਦਾ ਨਹੀਂ ਹੈ। ਇਹ ਵਾਲੀ ਅਵਸਥਾ ਸਤਿਗੁਰੂ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਵਸਾਓ ਜੀ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਇ। ਜਿਉ ਪਿੰਡ ਸਭ ਤਿਸ ਕਾ, ਜੋ ਤਿਸ ਪਾਵੈ ਸੋ ਹੋਏ। ਗੁਰ ਪੂਰੈ ਪੂਰਾ ਪਿਆ, ਜਪ ਨਾਨਕ ਸੱਚਾ ਸੋਏ। ਬਾਣੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਚੇਤੇ ਰੱਖਣ ਲਈ ਬਾਰ-ਬਾਰ ਇੱਕ ਸਾਨੂੰ ਇਸ਼ਾਰਾ ਕੀਤਾ ਹੈ, ਔਰ ਬਾਰ-ਬਾਰ ਐਮਫੈਸਿਸ ਵੀ ਕੀਤਾ ਹੈ। ਉਹਦੇ ਨਾਲ ਕੀ ਹੋਏਗਾ? ਬਾਣੀ ਨੂੰ ਚੇਤੇ ਰੱਖਿਆ ਪੂਰੇ ਪਾਰ ਬ੍ਰਹਮ ਦੀ ਆਰਾਧਨਾ ਹੋਏਗੀ, ਕਿਉਂਕਿ ਇਹ ਬਚਨ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬਚਨ ਸਦਾ ਹੀ ਚੇਤੇ ਰੱਖੀਏ। ਔਰ ਗੁਰੂ ਅਰਜਨ ਸਾਹਿਬ ਜੀ ਨੇ ਵੀ ਕਿਹਾ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਕਿ ਬਾਣੀ ਨੂੰ ਵੱਧ ਤੋਂ ਵੱਧ ਪੜ੍ਹੋ, ਬਾਣੀ ਨੂੰ ਵੱਧ ਤੋਂ ਵੱਧ ਸਿੱਖੋ, ਭਾਵ ਕੰਠ ਕਰੋ, ਬਾਣੀ ਦਾ ਅਭਿਆਸ ਕਰੋ। ਜਿੰਨਾ ਕਰੋਗੇ ਇਹ ਬਾਣੀ ਜਿਉਂਦਿਆਂ ਜੀ ਵੀ ਸਹਾਰਾ ਹੈ, ਟੇਕ ਹੈ, ਆਸ ਹੈ, ਤੇ ਮਰਨ ਤੋਂ ਬਾਅਦ ਵੀ ਇਹ ਆਸ ਹੈ ਤੇ ਟੇਕ ਹੈ। ਫਿਰ ਪੜ੍ਹੋ ਇਹ ਬਚਨ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਉਹ ਇੱਕ ਪ੍ਰਭੂ ਦੇ ਵਿੱਚ ਮਿਲਾਉਣ ਵਾਲੀ ਇਹ ਬਾਣੀ ਹੈ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਇੱਕੋ ਹੀ ਵਾਹਿਗੁਰੂ ਦੇ ਨਾਲ ਪ੍ਰੀਤ ਬਣੇਗੀ, ਦੂਜੇ ਹੀ ਨਹੀਂ ਹੈ ਕੋਈ। ਜੀਓ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ। ਜੋ ਉਹਨੂੰ ਭਾਉਂਦਾ ਉਹ ਸਿਰ ਮੱਥੇ ਕਬੂਲ ਹੋ ਜਾਏ। ਤੇ ਗੁਰੂ ਅਰਜਨ ਸਾਹਿਬ ਜੀ ਤੋਂ ਵੱਧ ਭਾਣੇ ਨੂੰ ਮੰਨਣ ਵਾਲੇ ਕੌਣ ਨੇ? ਜੇ ਤੱਤੀ ਤਵੀ ਤੇ ਬਹਿਣ ਲੱਗੇ ਨੇ ਤੇ ਸਾਹਿਬ ਜੀ ਕਹਿੰਦੇ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਸ ਤੋਂ ਵੱਡਾ ਬਚਨ ਕਿਹੜਾ ਹੋ ਸਕਦਾ ਹੈ? ਜਦ ਸਾਹਿਬ ਜੀ ਕਹਿੰਦੇ ਹੈ ਕਿ ਮੈਂ ਸਭ ਕੁਝ ਛੱਡ ਦਿੱਤਾ ਸੱਚੇ ਪਾਤਸ਼ਾਹ, ਇੱਥੋਂ ਤੱਕ ਕਹਿ ਦਿੱਤਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਨਾਲ ਕੌਣ ਹੈ? ਗੁਰੂ ਦੇ ਦਿੱਤੇ ਹੋਏ ਬਚਨ, ਕਮਾਈ, ਸ਼ਬਦ, ਇਹੀ ਪਾਰ ਬ੍ਰਹਮ ਹੈ। ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇਹੀ ਗੁਰੂ ਅਰਜਨ ਸਾਹਿਬ ਨੇ ਕਿਹਾ, ਉਲਾਨੋ ਮੈਂ ਕਾਹੂ ਨਾ ਦਿਓ। ਦੁਨੀਆ ਦੇ ਲੋਕ ਨਿੱਕੇ ਨਿੱਕੇ ਦੁੱਖਾਂ ਨੂੰ ਲੈ ਕੇ, ਵੈਰੀ ਸਟਲ ਥਿੰਗਸ ਨੂੰ ਲੈ ਕੇ ਉਲਾਂਬੇ ਦਿੰਦੇ ਰੱਬ ਨੂੰ।
ਸੱਚੇ ਪਾਤਸ਼ਾਹ ਕਹਿੰਦੇ ਉਲਾਮਾ ਤੇ ਜੀਵਨ ਵਿੱਚ ਖਤਮ ਹੀ ਹੋ ਗਿਆ, ਹੈ ਹੀ ਨਹੀਂ। ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਜੋ ਕੁਛ ਹੈ ਉਹ ਮਿੱਠਾ ਕਰਕੇ ਮੰਨਿਆ। ਇਹਨੂੰ ਸਾਹਿਬ ਜੀ ਕਹਿੰਦੇ ਜੀਓ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ। ਗੁਰਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਜਿਹਨੇ ਜਪਿਆ ਉਹਦਾ ਗੁਰੂ ਪੂਰਨ ਰੂਪ ਵਿੱਚ ਉਹਦੇ ਹਿਰਦੇ ਵਿੱਚ ਕਲਾ ਵਰਤਾਉਂਦੇ ਨੇ। ਗੁਰੂ ਪਾਤਸ਼ਾਹ ਜੀ ਉਹਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਟਿਕਾਉਂਦੇ ਨੇ। ਉਹਦਾ ਜੀਵਨ ਮੁਕੰਮਲ ਹੋ ਜਾਂਦਾ ਹੈ। ਪੂਰਾ ਭਇਆ ਦਾ ਮਤਲਬ ਉਹਦਾ ਆਇਆ ਸਫਲ ਹੋ ਜਾਂਦਾ ਹੈ। ਅਸੀਂ ਕਹਿ ਦਿੰਦੇ ਹਾਂ ਜੀ ਫਲਾਣਾ ਪੂਰਾ ਹੋ ਗਿਆ, ਪਰ ਢੁਕਦਾ ਨਹੀਂ ਉਹ ਅਰਥ। ਪੂਰਾ ਕੋਈ ਵਿਰਲਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹਦੇ ਵਿੱਚ ਨਾਮ ਟਿਕ ਗਿਆ ਉਹ ਪ੍ਰਭੂ ਵਰਗਾ ਹੀ ਪੂਰਾ ਪੂਰਨ ਰੂਪ ਹੋ ਗਿਆ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹਿ। ਇਸ ਅਵਸਥਾ ਨੂੰ ਸਤਿਗੁਰੂ ਜੀ ਕਹਿੰਦੇ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਸ ਸੱਚੇ ਨੂੰ ਜਪ ਕੇ ਉਹ ਪੂਰਨ ਬਣਿਆ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਜਿਨ ਕਉ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਜਿਨ ਕਉ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਜਿਹਨੇ ਚਿੱਤ ਵਾਹਿਗੁਰੂ ਨਾਲ ਲਾਇਆ, ਗੁਰੂ ਨਾਲ ਲਾਇਆ, ਇਹ ਵਿਰਲੇ ਨੇ ਸੰਸਾਰ 'ਚ। ਵਾਹਿਗੁਰੂ ਨਾਲ ਚਿੱਤ ਲਾਉਣਾ ਬੜਾ ਅਤ ਕਥਨੀ ਜਾ ਜਾਪਦਾ ਕਿ ਕਿੱਥੇ ਹੈ। ਕੋਈ ਉਹਦਾ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਪੂਰੇ ਨਾਲ ਚਿੱਤ ਲਾਉਣ ਤੋਂ ਪਹਿਲਾਂ ਸਤਿਗੁਰੂ ਨਾਲ ਚਿੱਤ ਲਾ ਲਓ। ਸਤਿਗੁਰੂ ਤੇ ਪੂਰੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭੇਤ ਨਹੀਂ ਹੈ। ਤੇ ਸਤਿਗੁਰੂ ਸ਼ਬਦ ਰੂਪ ਹੈ, ਬਾਣੀ ਰੂਪ ਹੈ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੇ ਪੂਰੇ ਪ੍ਰਧਾਨ, ਉਹ ਪ੍ਰਵਾਨ ਹੋਏ ਨੇ। ਅੱਛਾ, ਇੱਥੇ ਮੰਗਤੇ ਸਾਰੇ ਹੀ ਨੇ। ਤੇ ਜੇ ਕੋਈ ਅਸੀਂ ਕਹੀਏ ਨਹੀਂ ਜੀ ਅਸੀਂ ਤੇ ਬੜੀ ਵੱਡੀ ਪਦਵੀਆਂ ਤੇ ਬੈਠੇ ਹਾਂ, ਤੇ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਵੱਡਾ ਮੰਗਤਾ ਹੈ ਤੇ ਕੋਈ ਛੋਟਾ ਮੰਗਤਾ ਹੈ। ਛੋਟਾ ਮੰਗਤਾ 2 ਵਕਤ ਦੀਆਂ ਰੋਟੀਆਂ ਮੰਗੇਗਾ, ਜਾਂ ਪ੍ਰਸ਼ਾਦਾ ਪਾਣੀ, ਜਾਂ ਜੁੱਲੀ ਜਾਂ ਕੁੱਲੀ ਮੰਗੇਗਾ। ਵੱਡਾ ਮੰਗਤਾ ਪਦਵੀਆਂ ਪਾਤਸ਼ਾਹੀਆਂ ਮੰਗੇਗਾ। ਪਰ ਜਿਹਦੇ ਅੰਦਰ ਪ੍ਰਭੂ ਦਾ ਨਾਮ ਵਸ ਗਿਆ ਨਾ, ਮਹਾਰਾਜ ਜੀ ਕਹਿੰਦੇ ਉਹ ਭਿਖਾਰੀ ਨਹੀਂ ਰਹਿੰਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹੀ ਪਾਤਸ਼ਾਹ। ਉਹ ਪ੍ਰਧਾਨ ਹੋ ਜਾਂਦਾ ਹੈ, ਉਹ ਦਾਤਾ ਹੋ ਜਾਂਦਾ ਹੈ। ਨਾਨਕ ਤਰੈ ਤਾਰੇ ਗੁਰ ਸਿੱਖ। ਆਪ ਤੇ ਤਰਦਾ ਗੁਰੂ ਰਾਹੀਂ, ਦੂਜਿਆਂ ਨੂੰ ਤਾਰਨ ਦੇ ਸਮਰੱਥ ਹੁੰਦਾ। ਉਹ ਨਾਮ ਦੀ ਦਾਤ, ਨਾਮ ਦਾ ਦਾਨ ਸਾਂਝਾ ਕਰਨ ਵਾਲਾ ਹੁੰਦਾ ਗੁਰਸਿੱਖਾਂ ਨਾਲ। ਉਹ ਮੰਗਤਾ ਨਹੀਂ ਰਹਿੰਦਾ, ਉਹ ਤ੍ਰਿਪਤ ਹੋ ਜਾਂਦਾ ਸੰਸਾਰ 'ਚ। ਉਹ ਰੱਜ ਜਾਂਦਾ, ਉਹਨੂੰ ਭੁੱਖ ਨਹੀਂ ਰਹਿੰਦੀ। ਇਹਨੂੰ ਸਾਹਿਬ ਜੀ ਕਹਿੰਦੇ ਸੇ ਪੂਰੇ ਪ੍ਰਧਾਨ। ਉਹ ਆਗੂ ਹੁੰਦੇ ਨੇ। ਜਿਨ ਕਉ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਪਰ ਇਹ ਅਵਸਥਾ ਤੇ ਗੁਰਪ੍ਰਸਾਦ ਵਾਲੀ ਹੈ। ਜਿਹਦੇ ਉੱਤੇ ਪ੍ਰਭੂ ਦਇਆਲ ਹੋਣਗੇ ਉਹਨੂੰ ਇਹ ਅਵਸਥਾ ਮਿਲਦੀ ਹੈ। ਮਨ ਵਿੱਚ ਗਿਆਨ ਦ੍ਰਿੜ ਹੁੰਦਾ, ਗਿਆਨ ਪੈਦਾ ਹੁੰਦਾ। ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਜਿਹਦੇ ਮਸਤਕ ਤੇ ਭਾਗ ਲਿਖੇ ਨੇ, ਉਹਨੇ ਪ੍ਰਭੂ ਦਾ ਨਾਮ ਪ੍ਰਾਪਤ ਕੀਤਾ ਹੈ ਜੀ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜੈ। ਦਰਗਾਹ ਪੈਦਾ ਜਾਏ ਰਹਾਉ। ਇੱਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੈ ਪੂਰਾ। ਕਿੰਨਾ ਕਮਾਲ ਦਾ ਬਚਨ ਸਤਿਗੁਰੂ ਜੀ ਦਾ। ਕਾਰਜ ਪੂਰੇ ਕਰਨ ਵਾਲੇ ਦਾਤੇ, ਤੇ ਦਾਤੇ ਨੇ ਉਸ ਪ੍ਰਭੂ ਨੇ ਗੁਰੂ ਨੂੰ, ਸਤਿਗੁਰੂ ਨੂੰ ਭੇਜਿਆ ਕਿ ਜਾਓ ਇਸ ਸੜਦੀ ਬਲਦੀ ਲੋਕਾਈ ਦੇ ਵਿੱਚ ਭਲਾ ਕਰੋ। ਤੇ ਉਹ ਸਤਿਗੁਰ ਦੀ ਵੀ ਜੇ ਗੱਲ ਨਾ ਮੰਨੀਏ ਤੇ ਫਿਰ ਪੂਰੇ ਦੀ ਗੱਲ ਕਿੱਥੋਂ ਮੰਨਾਂਗੇ। ਮਨ ਮੇਰੇ ਇੱਕੋ ਨਾਮ ਧਿਆਏ। ਗੁਰੂ ਨੇ ਹੁਕਮ ਕੀਤਾ ਸਰਬ ਸੁਖਾਂ ਸੁਖ ਉਪਜੈ। ਸਾਰੇ ਸੁੱਖਾਂ ਵਿੱਚੋਂ ਸਭ ਤੋਂ ਵੱਡਾ ਸੁੱਖ ਹੈ ਨਾਮ ਦੀ ਪ੍ਰਾਪਤੀ ਵਾਲਾ ਸੁੱਖ। ਸਾਰੇ ਸੁੱਖਾਂ ਵਿੱਚੋਂ ਪਰਮ ਸੁੱਖ ਹੈ, ਜਿਹਨੂੰ ਕਿਹਾ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਸਰਬ ਸੁੱਖਾਂ ਹਰ ਹਰ ਗੁਣ ਗਾਏ। ਇਹਨੂੰ ਕਿਹਾ ਸੋ ਅਸਥਾਨ ਬਤਾਵੋ ਮੀਤਾ।
ਜਾ ਕੇ ਹਰ ਹਰ ਕੀਰਤਨ ਨੀਤਾ। ਉਹ ਵਾਲੀ ਅਵਸਥਾ ਮੈਨੂੰ ਦੱਸੋ ਜਿੱਥੇ ਪਰਮ ਸੁਖ ਹੈ, ਜਿੱਥੇ ਆਨੰਦ ਹੈ, ਜਿੱਥੇ ਪਰਮ ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ, ਇਹਨੂੰ ਕਿਹਾ ਸਰਬ ਸੁੱਖਾਂ ਸੁਖ ਉਪਜੈ ਦਰਗਹਿ ਪੈਦਾ ਜਾਏ। ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਆਸਰਾ ਤੇ ਉਹਨੂੰ ਥਾਂ ਮਿਲਦੀ ਹੈ, ਉਹਨੂੰ ਸ਼ੋਭਾ ਮਿਲਦੀ ਹੈ ਜਿਹੜਾ ਇੱਕੋ ਨਾਮ ਧਿਆਉਂਦਾ ਹੈ ਜੀ। ਰਹਾਉ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ, ਗੁਰ ਦਰਸ਼ਨ ਦੇਖ ਨਿਹਾਲ। ਇੱਕ ਵਚਨ ਅਸੀਂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਜਨਮ ਮਰਨ ਕਾ ਕੱਲ ਵੀ ਹੁਕਮਨਾਮਾ ਸਰਵਣ ਕੀਤਾ ਸੀ, ਪਰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉੱਥੇ ਬਚਨ ਹੈ ਕਿ ਜਨਮ ਮਰਨ ਕਾ ਭਾਉ ਗਿਆ, ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸਨੋ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਏਗੀ ਉਹਨੂੰ ਇਹ ਸੁਖ ਨਿਧਾਨ ਮਿਲੇਗਾ। ਜਿਹਨੂੰ ਇਹ ਮਿਲ ਗਿਆ ਉਹਨੂੰ ਜਨਮ ਮਰਨ ਦਾ ਭਾਉ ਖਤਮ ਹੋ ਗਿਆ। ਜਨਮ ਮਰਨ ਕਾ ਭਾਉ ਗਿਆ, ਭਾਉ ਭਗਤ ਗੋਪਾਲ, ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਪ੍ਰੇਮ ਦੇ ਵਿੱਚ ਗੋਪਾਲ ਵਾਹਿਗੁਰੂ ਦੀ ਭਗਤੀ ਜਿਹੜਾ ਕਰਦਾ ਹੈ ਨਾ, ਪ੍ਰੇਮਾ ਭਗਤੀ। ਅਸੀਂ ਲੱਗੇ ਹੋਏ ਹਾਂ ਭਗਤੀ ਕਰਨ, ਮੈਂ ਆਪਣੀ ਗੱਲ ਕਰਦਾ, ਪਰ ਪ੍ਰੇਮ ਨਹੀਂ ਹੈ। ਪ੍ਰੇਮ ਹਜੇ ਕੰਚਨ ਨਾਰੀ ਮੈਂ ਜੀਓ ਲੁਬਤ ਹੈ, ਮੋਹ ਮੀਠਾ ਮਾਇਆ ਸੱਚ ਇਹ ਹੈ। ਜਿੰਨਾ ਮਰਜੀ ਅਸੀਂ ਢੰਡੋਰਾ ਪਿੱਟੀਏ, ਕਿ ਮਹਾਰਾਜ ਜੀ ਕਹਿੰਦੇ ਆ ਅੰਦਰ ਤੇ ਕੁਛ ਹੋ ਰਿਹਾ, ਬਸ ਮੁੱਖੋਂ ਗੰਢ ਲਾਵਤ ਵਾਲੀ ਅਵਸਥਾ ਹੈ, ਮੂੰਹ ਤੋਂ ਹੀ ਗੰਢਾਂ ਖੋਲ ਰਹੇ ਹਾਂ ਗਿਆਨ ਦੀਆਂ, ਪਰ ਜਿਹਦੇ ਅੰਦਰ ਭਾਉ ਭਗਤ ਗੋਪਾਲ, ਗੋਬਿੰਦ ਭਾਉ ਭਗਤ ਕਾ ਭੁੱਖਾ। ਗੱਲ ਮੁਕਾਈ। ਭਗਤ ਰਵਿਦਾਸ ਜੀ ਨੇ ਵੀ ਕਿਹਾ ਕਿ ਬਈ ਪ੍ਰੇਮ ਦੀ ਗੱਲ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਬਾਬਾ ਸ਼ੇਖ ਫਰੀਦ ਨੇ ਕਿਹਾ ਬਾਕੀ ਸਾਰੀ ਗੱਲਾਂ ਛੱਡੋ, ਜੇ ਜਾਣਾ ਸ਼ਾਹੋ ਨੰਦੜਾ ਤਾਂ ਥੋੜਾ ਮਾਣ ਕਰੀ। ਉਹ ਪ੍ਰੇਮ ਭਾਲਦਾ ਭਾਈ, ਉਹਨੂੰ ਦਿਲੋਂ ਹੋ ਮੁਹੱਬਤ ਜਿਨ ਸਹੀ ਸੱਚਿਆ। ਅੱਗੇ ਮਹਾਰਾਜ ਜੀ ਕਹਿੰਦੇ ਸਾਧੂ ਸੰਗਤ ਨਿਰਮਲਾ, ਸਾਧ ਜਿਨ੍ਹਾਂ ਦੀ ਸੰਗਤ ਮਿਲ ਜਾਏ। ਗੁਰੂ ਸਾਧੂ ਦੀ ਸੰਗਤ ਵੀ ਆਖੀ ਹੈ, ਪਰ ਇੱਥੇ ਸਾਧੂ ਸੰਗਤ ਤੋਂ ਭਾਵ ਹੈ ਸਾਧ ਜਿਨ੍ਹਾਂ ਦਾ ਸੰਗ। ਇਹ ਮਨ ਨੂੰ ਨਿਰਮਲ ਕਰਨ ਵਾਲਾ ਹੈ। ਆਪ ਕਰੇ ਪ੍ਰਤਪਾਲ। ਵਾਹਿਗੁਰੂ ਸੰਗਤ ਵਿੱਚ ਆਪ ਰਹਿਮਤ ਵਰਤਾਉਂਦੇ ਨੇ, ਆਪ ਕਿਰਪਾ ਕਰਦੇ ਨੇ। ਸੰਗਤ ਵਿੱਚ ਬੈਠਣ ਵਾਲਿਆਂ ਦਾ ਮਨ ਨਿਰਮਲ ਹੁੰਦਾ ਹੈ, ਮਨ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮਾ ਭਗਤੀ ਉਪਜ ਹੁੰਦੀ ਹੈ। ਇਹ ਜਿੰਨੇ ਵੀ 15 ਭਗਤਾਂ ਦੀ ਬਾਣੀ ਹੈ ਨਾ, ਇਹ ਭਗਤੀ ਪਰੰਪਰਾ ਦੇ ਵਿੱਚੋਂ ਇਹਨਾਂ ਭਗਤਾਂ ਨੂੰ ਇਤਿਹਾਸ ਵਿੱਚ ਚੇਤੇ ਕੀਤੀ ਜਾਂਦਾ ਹੈ। ਇਹਨਾਂ ਨੂੰ ਭਗਤੀ ਪਰੰਪਰਾ ਦੀ ਲਹਿਰ ਆਖਿਆ ਗਿਆ ਹੈ। ਪੁਰਾਤਨ ਤੋਂ ਪੁਰਾਤਨ ਭਗਤ ਵੈਸੇ ਭਗਤ ਕਬੀਰ ਜੀ, ਭਗਤ ਪਰਮਾਨੰਦ ਜੀ, ਭਗਤ ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਸੈਣ ਜੀ, ਭਗਤ ਸਦਨਾ, ਇਹ ਜਿੰਨੇ ਵੀ ਭਗਤਾਂ ਦੀ ਲੜੀ ਅਸੀਂ ਤੁਰੀਏ, ਜੇ ਤੁਸੀਂ ਇਤਿਹਾਸ ਵਿੱਚ ਜੇ ਭਗਤਾਂ ਬਾਰੇ ਜਾਣਨਾ ਹੋਏਗਾ ਤਾਂ ਉਹ ਭਗਤੀ ਲਹਿਰ ਹੈ। ਅਤੇ ਭਗਤੀ ਲਹਿਰ ਦੀ ਸ਼ੁਰੂਆਤ 2.5 ਅੱਖਰਾਂ ਤੋਂ ਹੁੰਦੀ ਹੈ। ਉਹ 2.5 ਅੱਖਰ ਨੇ ਪ੍ਰੇਮ। ਪ੍ਰੇਮ ਤੋਂ ਬਿਨਾਂ ਭਗਤੀ ਹੈ ਹੀ ਨਹੀਂ। ਅਤੇ ਇਸ ਪ੍ਰੇਮ ਨੇ ਨਾ ਜ਼ਾਤ ਦੇਖੀ, ਨਾ ਪਾਤ ਵੇਖੀ, ਨਾ ਰੰਗ, ਨਾ ਰੂਪ, ਨਾ ਗਰੀਬੀ, ਨਾ ਅਮੀਰੀ, ਨਾ ਵੱਡਾ ਨਾ ਛੋਟਾ, ਕੁਛ ਨਹੀਂ ਦੇਖਿਆ। ਜਿਹਦੇ ਉੱਤੇ ਪ੍ਰਭੂ ਦਿਆਲ ਹੋ ਗਿਆ। ਇਸ ਪ੍ਰੇਮਾ ਭਗਤੀ ਦੇ ਵਿੱਚ ਨੀਚ ਜ਼ਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਆਹ ਵਾਲੀ ਅਵਸਥਾ ਹੈ। ਬਸ ਪ੍ਰੇਮ ਪੈਦਾ ਹੋ ਜਾਏ, ਜਨਮ ਮਰਨ ਕੀ ਮਲ ਕੱਟੀ ਹੈ, ਮੈਲ ਦੂਰ ਹੁੰਦੀ ਹੈ। ਗੁਰਦਰਸ਼ਨ ਦੇਖ ਨਿਹਾਲ, ਗੁਰੂ ਦਾ ਦਰਸ਼ਨ ਦੇਖ ਕੇ ਨਿਹਾਲ ਹੋਈਦਾ। ਸੰਗਤ ਵਿੱਚ ਬੈਠਿਆਂ ਪ੍ਰਭੂ ਦੇ ਦੀਦਾਰ, ਪ੍ਰਭੂ ਦੀ ਬਾਣੀ ਗੁਰੂ ਰਾਹੀਂ, ਅਤੇ ਸੰਗਤ ਵਿੱਚ ਬਾਣੀ ਪੜ੍ਹਿਆਂ ਗੁਰੂ ਦੇ ਦੀਦਾਰ ਦੇ ਬਰਾਬਰ ਹੈ। ਗੁਰੂ ਦੇ ਦੀਦਾਰ ਹੀ ਬਾਣੀ ਗੁਰੂ ਦੇ ਦੀਦਾਰ ਨੇ। ਜਿਹਦੇ ਅੰਦਰ ਬਾਹਰ ਦੇ ਦੀਦਾਰ ਪਹਿਲਾਂ ਹੁੰਦੇ ਨੇ, ਫਿਰ ਉਹਦੇ ਅੰਦਰ ਗੁਰੂ ਦੇ ਸ਼ਬਦ ਦੇ ਗਿਆਨ ਦੇ ਦੀਦਾਰ ਹੁੰਦੇ ਨੇ। ਇਹ ਬਾਰ ਪੀੜਾ ਸਾਹਿਬ 'ਤੇ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਮੱਥਾ ਟੇਕਦੇ ਹਾਂ ਸਤਿਕਾਰ ਨਾਲ। ਇਸੀ ਤਰ੍ਹਾਂ ਹਿਰਦੇ ਦੀ ਸੇਜ ਉੱਤੇ, ਹਿਰਦੇ ਦੇ ਪੀੜੇ ਉੱਤੇ ਵਾਹਿਗੁਰੂ ਦਾ ਸ਼ਬਦ ਟਿਕਟ ਜਾਏਗਾ। ਬਸ ਹਿਰਦੇ ਦੇ ਪੀੜੇ ਉੱਤੇ ਜਦ ਅੰਦਰ ਗੁਰੂ ਦਾ ਸ਼ਬਦ ਟਿਕ ਗਿਆ, ਉਹਨੂੰ ਸਤਿਗੁਰੂ ਗੁਰੂ ਅਰਜੁਨ ਸਾਹਿਬ ਕਹਿੰਦੇ ਉਹ ਗੁਰੂ ਦੇ ਦੀਦਾਰ ਨੇ। ਇਹਨੂੰ ਜੇ ਕੋਈ ਪ੍ਰਾਪਤ ਕਰਦਾ ਉਹ ਨਿਹਾਲ ਹੁੰਦਾ ਹੈ ਜੀ। ਥਾਨ ਤਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਏ। ਤਿਸ ਸ਼ਰਣਾਈ ਛੁੱਟੀ ਹੈ,
ਕੀਤਾ ਲੋੜੇ ਸੋ ਹੋਏ। ਥਾਨ ਥਨੰਤਰ, ਥਾਨ ਵਿੱਚ ਥਾਨ ਪਲਸ ਅੰਤਰ, ਥਾਵਾਂ ਦੇ ਅੰਦਰ ਵੀ, ਅੰਤਰ ਬਾਹਰ ਹਰ ਥਾਂ ਤੇ ਤੂੰ ਹੈ। ਰੱਬ ਰਿਹਾ, ਸਭ ਦੇ ਵਿੱਚ ਰਵਿਆ ਪਿਆ। ਪਾਰ ਬ੍ਰਹਮ ਪ੍ਰਭ ਸੋਏ, ਉਹੀ ਹੈ। ਸਭਨਾ ਦਾਤਾ ਏਕ ਹੈ। ਕਰੋੜ ਇੱਥੇ ਮੰਗਣ, ਅਰਬਾਂ ਖਰਬਾਂ ਮੰਗਣ ਵਾਲੇ ਨੇ, ਦੇਣ ਵਾਲਾ ਇੱਕੋ ਹੀ ਆ। ਇੱਕ ਦਾਤਾ ਸਭ ਜਗਤ ਭੇਖਾਰੀ ਹੈ। ਸਭ ਜਾਚੈ ਹਰ ਮੰਗ ਮੰਗਣਾ, ਸੇਵਕ ਠਾਕੁਰ ਸਭ ਤੂੰ ਹੈ, ਤੂੰ ਹੈ, ਤੂੰ ਹੈ ਗੁਰਮਤੀ ਹਰ ਚੰਗ ਚੰਗਣਾ। ਤੁਹਾਡੇ ਬਿਨਾ ਕੋਈ ਹੋਰ ਹੋਏ ਤੇ ਦੱਸੀਏ। ਉਸ ਪ੍ਰਭੂ ਤੋਂ ਦੁਨੀਆ ਦੀ ਦਾਤ ਮਿਲਣੀ ਹੈ, ਤੇ ਉਸੇ ਪ੍ਰਭੂ ਤੋਂ ਗੁਰੂ ਰਾਹੀਂ ਗੁਰੂ ਦੀ ਮੱਤ ਵੀ ਮਿਲਣੀ ਹੈ, ਚੰਗੀ ਦਾਤ ਵੀ ਮਿਲਣੀ ਹੈ। ਕੋਈ ਕੁਛ ਮੰਗ ਰਿਹਾ, ਕੋਈ ਕੁਝ ਮੰਗ ਰਿਹਾ, ਸਭ ਨੂੰ ਜੋ ਮੰਗ ਰਿਹਾ ਉਹਨੂੰ ਮਿਲ ਰਿਹਾ। ਸਭਨਾ ਦਾਤਾ ਏਕ ਹੈ, ਦੂਜਾ ਨਾ ਹੀ ਕੋਈ। ਤਿਸ ਸ਼ਰਨ ਆਈ ਛੁੱਟੀ ਹੈ। ਵਿਕਾਰਾਂ ਤੋਂ, ਮੈਲ ਤੋਂ ਉਹਦੀ ਸ਼ਰਨ ਵਿੱਚ ਛੁੱਟਿਆ ਜਾਂਦਾ ਹੈ। ਕੀਤਾ ਲੋੜੇ ਸੋ ਹੋਏ। ਜੋ ਕੁਝ ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਪੈਂਦਾ, ਮਹਾਰਾਜ ਜੀ ਕਹਿੰਦੇ ਹੈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਪਰ ਇੱਥੇ ਜਿਹੜੇ ਅਰਥ ਨੇ, ਕੀਤਾ ਲੋੜੇ ਸੋ ਹੋਏ, ਜੋ ਵਾਹਿਗੁਰੂ ਨੇ ਕਰਨਾ ਉਹੀ ਹੋਣਾ। ਔਰ ਇਹਦੀ ਸੋਝੀ ਵਾਹਿਗੁਰੂ ਜੀ ਦੀ ਸ਼ਰਣੀ ਪਿਆ ਨਹੀਂ ਪਤਾ ਲੱਗਣੀ, ਤੇ ਸ਼ਰਣੀ ਪੈਣ ਤੋਂ ਬਾਅਦ ਹੀ ਪਤਾ ਲੱਗਣੀ ਹੈ। ਬਿਨਾਂ ਸ਼ਰਨ ਪਿਆ ਤੇ ਬੰਦਾ ਉਲਾਮੇ ਦੇਗਾ, ਪਰ ਜਿਸ ਦਿਨ ਉਸ ਪ੍ਰਭੂ ਦੀ ਸ਼ਰਨ ਪੈ ਗਈ ਤੇ ਮਹਾਰਾਜ ਜੀ ਕਹਿੰਦੇ ਕੀਤਾ ਲੋੜਾ, ਕੀਤਾ ਲੋੜੇ ਸੋ ਹੋਏ। ਜੋ ਉਹਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਇਹਦੀ ਸੋਝੀ ਮਿਲਦੀ ਹੈ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸ਼ੋਭਾ ਨਿਰਮਲੀ ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਆਗੂ ਬਣਾ ਦਿੱਤਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਆਗੂ ਕਰ ਦਿੱਤਾ। ਪਾਛੰ ਕਰੋਤ ਅਗਰਣੀ ਵਹ, ਨਿਰਾਸੰਗ ਆਸ ਪੂਰਨ ਹੈ। ਨਿਰਧਨੰ ਭਯੰਗ ਧਨਵੰਤ ਹੈ, ਰੋਗੀਅੰਗ ਰੋਗ ਖੰਡਨ ਹੈ। ਭਗਤਨ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ। ਪਾਰ ਬ੍ਰਹਮ ਪੁਰਖ ਦਾਤਾ ਰਹਿ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ। ਗੁਰੂ ਦੀ ਕਿਰਪਾ, ਗੁਰੂ ਦੀ ਸੇਵਾ, ਤੇ ਫਿਰ ਗੁਰੂ ਦੀ ਸੇਵਾ ਵਿੱਚੋਂ ਪ੍ਰਭੂ ਦੀ ਰਹਿਮਤ ਹਿਰਦੇ ਵਿੱਚ ਵਸਿਆ ਪਾਰ ਬ੍ਰਹਮ, ਤੇ ਉਹ ਆਗੂ ਹੋ ਗਿਆ। ਤਿਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਸ਼ੋਭਾ ਉੱਚੀ ਹੋ ਜਾਂਦੀ ਹੈ, ਬਹੁਤ ਵੱਡੀ ਸ਼ੋਭਾ ਹੁੰਦੀ ਹੈ। ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਆ। ਜਿੰਨੀ ਸ਼ੋਭਾ ਗੁਰੂ ਦੀ, ਉਨੀ ਸ਼ੋਭਾ ਗੁਰੂ ਦੇ ਸਿੱਖ ਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿੰਨ ਕੁਰਬਾਨ। ਜਿਨ੍ਹਾਂ ਨੇ ਧਿਆਇਆ, ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਜਪੋ ਜੀ। ਮਿਲ ਸਤ ਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸੀਆ, ਏਕਸ ਸਿਉ ਲੇਵ ਲਾਏ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਇੱਕ ਬਚਨ ਤੁਹਾਨੂੰ ਸਭ ਨੂੰ ਚੇਤੇ ਹੋਏਗਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਬਸ ਆਹੀ ਸਮਝੋ। ਬਸ ਸਤਿਗੁਰ ਜੀ ਨੇ ਬੜਾ ਕਮਾਲ ਦਾ ਬਚਨ ਇੱਥੇ ਦੱਸਿਆ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ। ਸੰਤ ਗੁਰੂ ਦੀ ਸ਼ਰਨ ਪਿਆ ਨਾ, ਸਾਰੇ ਦੁੱਖ ਦੂਰ ਹੁੰਦੇ ਆ। ਹਰ ਸੁਖ ਵਸਿਆ ਮਨ ਆਏ, ਮਨ ਵਿੱਚ ਸੁਖ ਵਸਦਾ। ਅੰਤਰ ਜੋਤ ਪ੍ਰਗਾਸੀਆ, ਏਕਸ ਸਿਉ ਲਿਵ ਲਾਏ। ਬਾਹਰੋਂ ਦੀਵਾ ਬਾਲੀਏ ਤੇ ਹਜ਼ਾਰਾਂ ਸਾਲਾਂ ਦਾ ਹਨੇਰਾ ਦੂਰ ਹੋ ਜਾਂਦਾ। ਅੰਦਰੋਂ ਗੁਰੂ ਦੇ ਸ਼ਬਦ ਦੇ ਗਿਆਨ ਦਾ ਦੀਵਾ ਬਲਦਾ ਹੈ, ਅੰਦਰੋਂ ਫਿਰ ਚਾਨਣ ਹੋ ਜਾਂਦਾ। ਸੈਂਕੜੇ ਸਾਲਾਂ ਜਨਮਾਂ ਦੀ ਜਿਹੜੀ ਮੈਲ ਹੈ ਉਹ ਦੂਰ ਹੋ ਜਾਂਦੀ ਹੈ। ਮਿਲ ਸਾਧੂ ਮੁਖ ਉਜਲਾ। ਗੁਰੂ ਸਾਧੂ, ਸੰਤ ਸਾਧੂ, ਗੁਰੂ ਹੀ ਹੈ, ਸੰਤ ਗੁਰੂ ਹੀ ਹੈ। ਇਹਨਾਂ ਦੀ ਸ਼ਰਨ ਪਿਆ, ਗੁਰੂ ਜੀ ਦੀ ਸ਼ਰਨ ਪਿਆ, ਮੁਖ ਉਜਲ ਹੁੰਦਾ ਹੈ। ਅੱਗੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪੂਰਬ ਲਿਖਿਆ ਪਾਏ। ਪਰ ਇਹ ਪੂਰਬਲੇ ਕਰਮਾਂ ਦੀ ਦਾਤ ਹੈ ਕਿ ਪੂਰਬ ਜਨਮ ਦੇ ਵਿੱਚ ਚੰਗੇ ਕੀਤੇ ਕਰਮ ਪ੍ਰਗਟ ਹੁੰਦੇ ਆ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਪ੍ਰਭੂ ਦਾ ਨਾਮ ਅੰਮ੍ਰਿਤ ਸਰੋਵਰ ਹੈ।
ਜਿਹੜਾ ਇਸ ਨਾਮ ਵਿੱਚ ਆਪਣੇ ਆਪ ਨੂੰ ਇਸ਼ਨਾਨ ਕਰਾਉਂਦਾ ਹੈ ਉਹ ਨਿਰਮਲ ਹੁੰਦਾ ਹੈ, ਤੇ ਨਿਤ ਗੋਬਿੰਦ ਦੇ ਵਾਹਿਗੁਰੂ ਦੇ ਗੁਣ ਗਾਇਆ ਹੀ ਇਸ ਨਾਮ ਰਾਹੀਂ ਨਿਰਮਲ ਹੋ ਸਕਦਾ ਹੈ ਜੀ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਈ ਰਹਾਉ। ਕਿੰਨਾ ਕਮਾਲ ਦਾ ਬਚਨ ਹੈ। ਕਿਸੇ ਦਾ ਇੱਕ ਤਿਲ ਵੀ ਭੰਨਿਆ ਘਾਲਿਆ ਹੋਇਆ ਗੁਰੂ ਬਿਲਕੁਲ ਵਿਅਰਥ ਨਹੀਂ ਜਾਣ ਦਿੰਦੇ। ਬੜਾ ਕਮਾਲ ਦਾ ਇਹ ਬਚਨ ਰਹਾਉ ਦੀ ਤੁਕ ਦਾ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰੂ ਦੇ ਸ਼ਬਦ ਵਿੱਚ ਮਨ ਜੋੜ ਤਾਂ ਸਹੀ, ਦੇਖ ਤੈਨੂੰ ਸੁਖ ਮਿਲੇਗਾ। ਗੁਰਪੂਰੇ ਕੀ ਚਾਕਰੀ, ਬਿਰਥਾ ਜਾਏ ਨਾ ਕੋਈ, ਕਿ ਜਿਹੜੀ ਚਾਕਰੀ ਕਰਦਾ ਹੈ ਗੁਰੂ ਦੀ ਕੋਈ ਸੇਵਾ, ਪਰ ਇੱਥੇ ਚਾਕਰੀ ਦੀ ਕੰਡੀਸ਼ਨ ਹੈ, ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ ਮੋਹਿ ਮੋਹ ਪਾਣਾ ਖਾਏ, ਜਿਸ ਦਾ ਦਿੱਤਾ ਖਾਵੜਾ ਤਿਸ ਕਹੀਐ ਸ਼ਾਬਾਸ਼। ਇਹ ਹੈ ਚਾਕਰੀ। ਪਰ ਬੰਦਾ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਚਾਕਰੀ ਉਹ ਹੈ ਜਦ ਆਪਣਾ ਆਪ ਵਾਰ ਕੇ ਕੀਤੀ ਜਾਏ। ਏਕ ਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ। ਇਸ ਚਾਕਰੀ ਨੂੰ ਸਾਹਿਬ ਜੀ ਨੇ ਬੜੀ ਵੱਡੀ ਅਵਸਥਾ ਆਖੀ ਹੈ। ਇਹਦਾ ਮਤਲਬ ਚਾਕਰੀ ਉਹ ਨਹੀਂ ਜੋ ਅਸੀਂ ਆਪਣੇ ਆਪ ਕਰ ਰਹੇ ਹਾਂ, ਚਾਕਰੀ ਉਹ ਹੈ ਜੋ ਗੁਰੂ ਨੂੰ ਪ੍ਰਵਾਨ ਹੈ। ਜੇ ਉਹ ਕੀਤੀ ਜਾਏ ਤੇ ਇੱਕ ਖਿਨ ਵੀ ਪ੍ਰਭੂ ਉਹਦਾ ਬਿਰਥਾ ਨਹੀਂ ਜਾਣ ਦਿੰਦੇ, ਗੁਰੂ ਬਿਰਥਾ ਨਹੀਂ ਜਾਣ ਦਿੰਦੇ। ਰਹਾਉ ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ, ਕਰਣੈ ਹਾਰ ਪਛਾਨ, ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ, ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਵੱਡੀ ਇੱਛਾ ਜਿਹੜੀ ਹੈ ਨਾ, ਦਾਨਾ ਸਿਰਦਾਨ ਨਾਮ ਦਾਨ, ਇਹ ਨਾਮ ਨਿਧਾਨ ਦੀ ਪ੍ਰਾਪਤੀ ਹੈ, ਸਾਰੀਆਂ ਇੱਛਾਵਾਂ ਦੀ ਪੂਰਤੀ। ਕਿਉਂਕਿ ਸਭੇ ਥੂਕ ਪ੍ਰਾਪਤੇ ਜੇ ਆਵੈ ਇੱਕ ਹੱਥ, ਇਹ ਪੜ੍ਹ ਕੇ ਆਏ ਹਾਂ ਅਸੀਂ। ਅੱਗੇ ਸਾਹਿਬ ਜੀ ਅੰਤਰਜਾਮੀ ਸਦਾ ਸੰਗ, ਕਰਨੈ ਹਾਰ ਪਛਾਣ, ਪਛਾਣ ਕਿ ਉਹ ਦੂਰ ਨਹੀਂ ਹੈ, ਉਹ ਸਦਾ ਹੀ ਅੰਗ ਸੰਗ ਵਸ ਰਿਹਾ, ਸਭ ਕੁਝ ਕਰਨ ਵਾਲਾ ਹੈ, ਉਹਨੂੰ ਪਛਾਣ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਇਹ ਬਾਹਰ ਦਾ ਦਾਨ ਤੇ ਇਸ਼ਨਾਨ ਨਹੀਂ ਹੈ, ਇਹ ਨਾਮ ਦਾਨ ਇਸ਼ਨਾਨ ਅੰਦਰ ਦਾ। ਕਹਿੰਦੇ ਉਹ ਕਿਹੜਾ? ਕਹਿੰਦੇ ਇੱਕ ਤੇ ਜਪ ਹੈ, ਪਹਿਲਾ ਪ੍ਰਭੂ ਦਾ ਜਪ ਹੈ। ਜਿਹੜਾ ਜਪ ਹੈ ਸਾਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ, ਉਹ ਸ਼ਾਹ ਨੇ ਜਿਹੜੇ ਜਪਦੇ ਨੇ। ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ ਨਦੀਆਂ ਅਤੈ, ਵਾਹ ਇਹ ਵਾਲੀ ਅਵਸਥਾ ਹੈ। ਦੂਸਰਾ ਹੈ ਨਾਮ ਜਪਣਾ, ਤੀਸਰਾ ਹੈ ਦਾਨ। ਕਿਹੜਾ ਦਾਨ? ਆਪ ਜਪ ਹੈ ਅਵਰਹ ਨਾਮ ਜਪਾਵੈ। ਤੇ ਚੌਥਾ ਹੈ ਮਹਾਰਾਜ ਕਹਿੰਦੇ ਇਸ਼ਨਾਨ। ਤੇ ਇਹ ਇਸ਼ਨਾਨ ਬਾਹਰ ਦਾ ਨਹੀਂ ਹੈ, ਇਹਨੂੰ ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸਭ ਕੁਝ ਸ਼ਬਦ ਨਾਲ ਜੁੜਿਆ ਹੋਇਆ। ਜਪ ਵੀ ਸ਼ਬਦ, ਨਾਮ ਵੀ ਸ਼ਬਦ, ਦਾਨ ਵੀ ਸ਼ਬਦ ਤੇ ਇਸ਼ਨਾਨ ਵੀ ਸ਼ਬਦ। ਕਾਮ ਕ੍ਰੋਧ ਲੋਭ ਬਿਨਸਿਆ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਹ ਵੀ ਕਿਹਾ। ਹੁਣ ਸੱਤਾ ਬਲਵੰਤ ਜੀ ਦਾ ਬਚਨ ਪੜੋ ਕਿ ਸਾਹਿਬ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਪੂਰੀ ਹੋਈ। ਉੱਥੇ ਜ਼ਿਕਰ ਕੀਤਾ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਤੇ ਸਤਿਗੁਰੂ ਜੀ ਤੁਸੀਂ ਆਪ ਹੀ ਇਹ ਵਿਕਾਰਾਂ ਨੂੰ ਦੂਰ ਕਰੋ। ਜੇ ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ, ਮਨ ਦਾ ਅਭਿਮਾਨ ਵੀ ਦੂਰ ਕਰੋ। ਇਹਨੂੰ ਸਾਹਿਬ ਜੀ ਕਹਿੰਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਈਆਂ, ਉਸ ਕਰਨੇ ਹਾਰ ਨੂੰ ਨੇੜੇ ਜਾਣਿਆ, ਤੇ ਮੁਖ ਉਜਲ ਅੰਦਰ ਸ਼ਬਦ ਦੀ ਕਮਾਈ। ਨਾਮ ਜਪਣਾ ਦਾਨ ਤੇ ਇਸ਼ਨਾਨ ਨਾਲ ਵਿਕਾਰਾਂ ਦਾ ਖਾਤਮਾ ਪ੍ਰਭੂ ਨੇ ਕੀਤਾ ਜੀ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮਿਲਿਆ, ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ,
ਆਪ ਹੋਆ ਮਿਹਰਬਾਨ। ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ। ਕਮਾਈ ਸ਼ਬਦ ਦੀ ਹੈ, ਪਾਇਆ ਲਾਹਾ ਲਾਭ ਨਾਮ, ਸ਼ਬਦ ਦੀ ਕਮਾਈ ਖੋਲੀਏ ਤੇ ਸਹੀ। ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੇ ਜਿਨੇ ਖੋਲਿਆ ਖਾਵਹਿ ਖਰਚਾ ਰਲ ਮਿਲ ਭਾਈ, ਟੂਟ ਨਾ ਆਵੈ ਵੱਧ ਦੋ ਜਾਈ। ਲਾਹਾ ਲਾਭ ਨਾਮ ਇਹ ਹੈ, ਪਾਇਆ ਲਾਹਾ ਲਾਭ ਨਾਮ, ਪੂਰਨ ਹੋਈ ਕਾਮ। ਮਨ ਦੀ ਕਾਮਨਾਵਾਂ ਪੂਰੀਆਂ, ਇੱਛਾ ਹੋਈਆਂ ਨੇ। ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ, ਪ੍ਰਭੂ ਨੇ ਆਪ ਮਿਲਾ ਲਿਆ ਸ਼ਬਦ ਦੀ ਕਮਾਈ ਵਿੱਚੋਂ, ਨਾਮ ਦੀ ਦਾਤ ਦਿੱਤੀ। ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਪ੍ਰਭੂ ਮਿਹਰਬਾਨ ਹੋਇਆ ਤੇ ਆਪਣੇ ਆਪ ਵਿੱਚ ਮਿਲਾ ਲਿਆ। ਆਵਣ ਜਾਣਾ ਖਤਮ ਕਰ ਦਿੱਤਾ। ਸੱਚ ਮਹਿਲ ਘਰ ਪਾਇਆ, ਉਹ ਅਵਸਥਾ ਪ੍ਰਾਪਤ ਕੀਤੀ ਜਿਸ ਅਵਸਥਾ ਦੇ ਵਿੱਚ ਡਿਗੈ ਨਾ ਡੋਲੇ ਦ੍ਰਿੜ ਕਰ ਰਹੇ ਹੋ, ਮਨ ਟਿਕ ਗਿਆ, ਉਹ ਅਵਸਥਾ ਮਿਲ ਗਈ। ਊਚ ਮਹਿਲ ਜਾ ਕੇ ਸੂਖ ਪਿਆਰੇ, ਇਹ ਹੈ ਊਚ ਮਹਿਲ। ਕਹਿੰਦੇ ਉੱਚੇ ਮਹਿਲ ਕਿਹੜੇ ਨੇ, ਕੋਈ ਬਾਹਰ ਦੇ ਥੋੜ੍ਹੇ ਨੇ। ਕਹਿੰਦੇ ਊਚ ਮਹਿਲ ਜਾ ਕੇ ਸੂਖ ਦੁਆਰੇ, ਤਾਂ ਮੈਂ ਵਸੈਂ ਭਗਤ ਪਿਆਰੇ। ਇਹ ਅੰਦਰ ਦੀ ਅਵਸਥਾ ਹੈ, ਜਿਹਨੂੰ ਦਸਮ ਦੁਆਰ ਵੀ ਆਖਿਆ, ਜਿਹਨੂੰ ਊਚ ਮਹਿਲ ਵੀ, ਬੇਗਮਪੁਰਾ ਵੀ ਆਖਿਆ, ਜਿਹਨੂੰ ਥਿਰ ਘਰ ਵੀ ਆਖਿਆ। ਇਹ ਅਵਸਥਾ ਉਸ ਭਗਤ ਨੂੰ ਮਿਲ ਜਾਂਦੀ ਹੈ। ਸੱਚ ਮਹਿਲ ਕਰ ਪਾਇਆ, ਹਿਰਦੇ ਵਿੱਚੋਂ ਹੀ ਗੁਰ ਕਾ ਸ਼ਬਦ ਪਛਾਨ, ਜਿਹਨੇ ਸ਼ਬਦ ਗਿਆਨ ਦੀ ਅਵਸਥਾ ਨੂੰ, ਸ਼ਬਦ ਦੇ ਅਰਥਾਂ ਨੂੰ ਸਮਝ ਕੇ ਜੀਵਨ ਵਿੱਚ ਟੁਕਾਇਆ ਹੈ ਜੀ। ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ। ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਹਾਰ। ਭਗਤ ਜਨਾ ਇੱਥੇ ਮੁਕਤਾ ਹੈ, ਬਹੁਵਚਨ ਨੇ। ਜਿੰਨੇ ਵੀ ਭਗਤ ਜਨ ਨੇ, ਹੁਣ ਅਵਲ ਤੇ ਭਗਤ ਜਨ ਕਦੀ ਵੀ ਬਖੀਲੀ ਨਹੀਂ ਕਰਦੇ ਪ੍ਰਭੂ ਦੇ ਹੁਕਮ ਵਿੱਚ, ਪਰ ਫਿਰ ਵੀ ਟੋਟਾ ਪੈ ਜੇ ਮਨ 'ਚ ਕਿਥੇ ਨਾਮ ਦਾ, ਕਿਥੇ ਵਿਕਾਰ ਹਾਵੀ ਹੋ ਜੇ, ਜੇ ਕੋਈ ਉਹ ਅਵੱਗਿਆ ਵੀ ਕਰ ਬੈਠਣ ਤਾਂ ਵੀ ਪ੍ਰਭੂ ਭਗਤ ਜਨਾਂ ਦੀ ਅਵੱਗਿਆ ਬਹੁਤਾ ਨਹੀਂ ਗੋਲਦੇ, ਉਹ ਫਿਰ ਵੀ ਬਖਸ਼ ਦਿੰਦੇ ਨੇ। ਕੀਤੇ ਹੋਏ ਪਾਪ ਵੀ ਬਖਸ਼ਣ ਵਾਲੇ ਗੁਰੂ ਨੇ। ਸੋ ਇਹ ਗੁਰੂ ਦਾ ਬਿਰਦ ਬੜਾ ਵੱਡਾ ਹੈ, ਪ੍ਰਭੂ ਦਾ ਬਿਰਦ ਬੜਾ ਵੱਡਾ ਹੈ। ਇਹਨੂੰ ਫਿਰ ਵਿਚਾਰੀਏ। ਭਗਤ ਜਨਾ ਕਉ ਰਾਖਦਾ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਰੱਖਣ ਵਾਲਾ ਉਹ ਤੇ ਵੱਡੇ ਵੱਡੇ। ਅੱਛਾ, ਹੁਣ ਅਸੀਂ ਕਹੀਏ ਜੀ ਨਹੀਂ ਜੀ ਅਵੱਗਿਆ ਵਾਲੇ ਕਿਉਂ? ਹੁਣ ਅਜਾਮਲ ਭਗਤ ਸੀ, ਅਵੱਗਿਆ ਕਰ ਬੈਠਾ ਸੀ। ਹੁਣ ਅਵੱਗਿਆ ਕਰਨ ਤੋਂ ਬਾਅਦ ਪੂਰਬ ਜਨਮ ਉਹਦਾ ਕੀਤਾ ਹੋਇਆ, ਪੂਰਬਲਾ ਪ੍ਰਗਟ ਹੋਇਆ ਤੇ ਉਹ ਅਜਾਮਲ ਵੀ ਤਰ ਗਿਆ। ਇਸ ਕਰਕੇ ਹਰ ਪਾਸੇ ਸਾਨੂੰ ਜਦ ਹਨੇਰਾ ਦਿਸੇ ਨਾ, ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਦੀ ਭਗਤੀ ਵੱਲ ਆਓ, ਉਹਦੇ ਚਰਨਾਂ ਵੱਲ ਆਓ, ਉਹਦੀ ਸ਼ਰਨ ਵੱਲ ਆਓ, ਫਿਰ ਸਤਿਗੁਰ ਤਾਰਨ ਵਾਲੇ ਨੇ। ਗੁਰ ਤਾਰਨ ਹਾਰਿਆ, ਸਭ ਨੂੰ ਤਾਰਨ। ਪਤਿਤ ਉਦਾਹਰਣ, ਪਾਪਾਂ ਨੂੰ ਵੀ ਉਧਾਰ ਕੇ ਸਤਿਗੁਰ ਮੇਰਾ ਮੋਹਿਤ ਇਸਕਾ ਪ੍ਰਵਾਸਾ, ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ। ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ। ਬਿਰਦ ਵੱਡਾ ਹੋਏ ਰਾਜੇ ਰਾਮ ਕੀ ਰਖਵਾਰੀ, ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ। ਜਪੋ ਤਾਂ ਸਹੀ, ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ। ਵੱਡਿਆਂ ਨੂੰ ਵੀ ਪਾਪੀਆਂ ਨੂੰ ਤਾਰ ਦਿੱਤਾ। ਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ, ਇਹ ਵੀ ਸਤਿਗੁਰ ਜੀ ਕਹਿੰਦੇ ਰੱਖਦਾ ਹੈ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣ ਸਾਰ, ਸਾਰ ਕਹਿੰਦੇ ਸੰਭਾਲਣਾ। ਗੁਰੂ ਦੇ ਗੁਣਾਂ ਨੂੰ ਹੁਣ ਤੋਂ ਸਾਹਮਣੇ ਸ਼ੁਰੂ ਕਰੋ। ਹੋ ਗਈ ਭੁੱਲ, ਅਸੀਂ ਭੁੱਲਣ ਹਾਰ ਹੈਗੇ ਹਾਂ, ਗੁਰੂ ਬਖਸ਼ਣ ਹਾਰ ਹੈ। ਹੁਣ ਤੋਂ ਹੀ ਸ਼ੁਰੂ ਕਰੀਏ, ਹੁਣ ਗੁਣਾਂ ਨੂੰ ਸਾਂਭੀਏ, ਇਕੱਠੇ ਕਰੀਏ ਪ੍ਰਭੂ ਦੇ ਨਾਮ ਦੇ ਗੁਣ। ਮਾੜੇ ਪਾਸੇ ਤੋਂ ਤੌਬਾ ਕਰੀਏ। ਆਠ ਪਹਿਰ ਗੁਣ ਸਾਰ ਦੇ, ਇੱਥੇ ਫਿਰ ਸਾਰ ਦੇ ਦਾ ਮਤਲਬ ਇਕੱਠੇ ਕਰਦੇ, ਗੁਣਾਂ ਨੂੰ ਇਕੱਠਾ ਕਰਦੇ ਨੇ, ਉਹ ਜਪਦੇ ਨੇ। ਰਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਹਾਰ। ਉਹ ਬਹੁਤ ਵੱਡਾ, ਉਹ ਤੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਬੜਾ ਵੱਡਾ ਉਹ ਦਇਆ ਸਾਗਰ ਹੈ, ਉਹ ਸਾਰੇ ਗੁਨਾਹ ਨੂੰ ਬਖਸ਼ਣ ਵਾਲੇ ਨੇ ਜੀ। ਸ੍ਰੀ ਰਾਗ ਮਹਿਲਾ ਪੰਜਵਾ, ਪੂਰਾ ਸਤਿਗੁਰ ਜੇ ਮਿਲੈ
ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁਖ ਕਾਟੀਐ, ਲਾਗੈ ਸਹਿਜ ਧਿਆਨ। ਬਸ ਚਲੰਤ ਹੈ ਜੀ ਇਸ ਸ਼ਬਦ ਦੇ ਅਰਥ ਆਪ ਸੰਗਤ ਸਮਝ ਰਹੇ ਹੋ, ਪੜ੍ਹਦੇ ਸਾਰੀ। ਇੱਥੇ 12ਵਾਂ ਸ਼ਬਦ ਹੈ ਸ੍ਰੀ ਰਾਗ ਮਹੱਲਾ ਪੰਜਵਾਂ। ਪੂਰੇ ਸਤਿਗੁਰ ਦੀ ਪ੍ਰਾਪਤੀ ਦੇ ਨਾਲ ਨਾਮ ਨਿਧਾਨ, ਸ਼ਬਦ ਨਿਧਾਨ, ਸ਼ਬਦ ਮਨ ਵਿੱਚ ਟਿਕਦਾ ਹੈ। ਇਹ ਸਹਿਜ ਸੁਭਾਅ ਹੋਏਗਾ ਤੁਸਾਂ ਦਾ ਮਨ ਗਾਣੇ ਸੁਣਨ ਤੋਂ, ਊਲ ਜਲੂਲ ਸੁਣਨ ਤੋਂ ਤੌਬਾ ਕਰੇਗਾ। ਵੱਧ ਤੋਂ ਵੱਧ ਬਾਣੀ ਵਿੱਚ ਮਨ ਟਿਕ। ਅੱਛਾ ਸੁਣੋਗੇ ਵੀ, ਪਰ ਜਿੰਨਾ ਆਨੰਦ ਹੁਣ ਬਾਣੀ ਸੁਣਨ 'ਚ ਆਏਗਾ ਨਾ, ਉਹਨਾਂ ਆਨੰਦ ਹੋਰ ਕੁਝ ਸੁਣਨ 'ਚ ਨਹੀਂ ਆਇਆ। ਇਹਨੂੰ ਮਹਾਰਾਜ ਜੀ ਸ਼ਬਦ ਨਿਧਾਨ ਕਹਿੰਦੇ ਨੇ। ਅੰਦਰ ਹਿਰਦੇ 'ਚ ਖਜ਼ਾਨਾ ਪ੍ਰਗਟ ਹੋ ਗਿਆ। ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ, ਨਾਮ ਜਪਿਆ ਜਾਂਦਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਜਨਮ ਮਰਨ ਦੁੱਖ ਕਾਟੀਐ, ਲਾਗੈ ਸਹਿਜ ਧਿਆਨ। ਗੁਰੂ ਨੇ, ਪ੍ਰਭੂ ਨੇ ਕਿਰਪਾ ਕੀਤੀ, ਇਹ ਦੁੱਖ ਦੂਰ ਹੋਇਆ ਜਨਮ ਤੇ ਮਰਨ ਦਾ, ਤੇ ਸਹਿਜ ਰੂਪ ਦੇ ਵਿੱਚ ਮਨ ਟਿਕ ਗਿਆ। ਸਹਿਜ ਧਿਆਨ ਕਿਹਨੂੰ ਕਿਹਾ? ਇਹ ਹਟ ਧਿਆਨ ਨਹੀਂ ਹੈ, ਇਹ ਵਧੀਕੀ ਧੱਕੇ ਵਾਲਾ ਧਿਆਨ ਨਹੀਂ ਹੈ, ਇਹ ਸਹਿਜ ਹੈ। ਤੁਰਦਿਆਂ ਫਿਰਦਿਆਂ, ਉੱਠਦਿਆਂ ਬਹਿੰਦਿਆਂ, ਖਾਂਦਿਆਂ ਪੀਂਦਿਆਂ, ਕਿਰਤ ਵਿਹਾਰ ਕਰਦਿਆਂ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਸਹਿਜ ਧਿਆਨ ਮਹਾਰਾਜ ਜੀ ਕਹਿੰਦੇ ਪ੍ਰਭੂ ਦੀ ਕਿਰਪਾ ਨਾਲ ਟਿਕਦਾ ਹੈ ਜੀ। ਮੇਰੇ ਮਨ ਪ੍ਰਭ ਸ਼ਰਣਾਈ ਪਾਏ, ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ ਰਹਾਉ। ਪ੍ਰਭੂ ਦੀ ਸ਼ਰਣਾਈ ਆ, ਸ਼ਰਨ ਪੈ, ਪ੍ਰਭੂ ਦੀ ਸ਼ਰਨ ਸੁਖ ਹੈ। ਉਸ ਵਾਹਿਗੁਰੂ ਹਰੀ ਤੋਂ ਬਿਨਾ ਕੋਈ ਦੂਜਾ ਨਹੀਂ, ਇੱਕੋ ਨਾਮ ਧਿਆ, ਉਹ ਹੈ ਹਰੀ ਦਾ ਨਾਮ, ਪ੍ਰਭੂ ਦਾ ਨਾਮ, ਤੈਨੂੰ ਸੁਖ ਮਿਲੇਗਾ ਰਹਾਉ। ਕੀਮਤ ਕਹਿਣ ਨਾ ਜਾਈਐ, ਸਾਗਰ ਗੁਣੀ ਅਥਾ, ਵਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾ, ਕਰ ਸੇਵਾ ਗੁਰ ਸਾਗਰੈ, ਸਿਰ ਸ਼ਾਹ ਪਾਤਸ਼ਾਹ। ਦੋਨੋਂ ਥਾਂ, ਦੋਨੋਂ ਤੁਕਾਂ 'ਚ ਸਾਗਰ ਤੇ ਸਾਗਰ ਹੈ। ਇਹਦਾ ਮਤਲਬ ਕਿ ਅਥਾਹ ਹੈ ਕਿ ਤੁਸੀਂ ਅਨੰਤ ਹੋ। ਤੂੰ ਠਾਕਰੂ ਬੈ ਰਾਗਰੂ, ਹਾਂ ਮੈਂ ਜਿਹੀ ਕਣਚੇਰੀ ਰਾਮ। ਵਾਹਿਗੁਰੂ ਮੈਂ ਜਿਹੀ ਕਣਚੇਰੀ ਦਾ ਮਤਲਬ ਮੇਰੇ ਵਰਗੀਆਂ ਕਿੰਨੀਆਂ ਨੇ, ਕੋਈ ਅੰਤ ਹੀ ਨਹੀਂ। ਤੂੰ ਸਾਗਰੂ ਰਤਨਾਗਰੂ, ਹਉ ਸਾਰ ਨਾ ਜਾਣਾ ਤੇਰੀ ਰਾਮ। ਅਨੰਤ ਅਨੰਤ ਤੁਸੀਂ ਅਥਾਹ ਹੋ। ਵਡ ਭਾਗੀ ਮਿਲ ਸੰਗਤੀ, ਸਾਚਾ ਸ਼ਬਦ ਵਿਸਾ। ਵਿਸਾ ਦਾ ਮਤਲਬ ਸ਼ਬਦ ਦੇ ਉੱਤੇ ਐਤਬਾਰ ਹੁੰਦਾ, ਸ਼ਬਦ ਦੇ ਉੱਤੇ ਵਿਸ਼ਵਾਸ ਬਣਦਾ ਹੈ। ਸਿਫਤ ਸਲਾਹ ਦਾ ਇੱਕ ਵਪਾਰ ਸ਼ੁਰੂ ਹੁੰਦਾ। ਵਿਸਾ ਦੇ ਅਰਥ ਇੱਕ ਵਿਸ਼ਵਾਸ ਵੀ ਹੈ। ਵਿਸਾ ਦਾ ਅਰਥ ਹੈ ਕਿ ਕਿਸੇ ਚੀਜ਼ ਦਾ ਵਪਾਰ ਕਰਨਾ। ਸੰਗਤ ਵਿੱਚ ਇਸ ਨਾਮ ਦਾ ਵਪਾਰ ਹੁੰਦਾ ਹੈ। ਤੇ ਫਿਰ ਜੇ ਜਦ ਇਹ ਨਾਮ ਦਾ ਵਪਾਰ ਸ਼ੁਰੂ ਕੀਤਾ ਤੇ ਫਿਰ ਪਤਾ ਲੱਗਿਆ ਕਰ ਸੇਵਾ ਸੁਖ ਸਾਗਰ ਹੈ, ਸਿਰ ਸ਼ਾਹਾਂ ਪਾਤਸ਼ਾਹ, ਕਿ ਤੁਸੀਂ ਸੁਖ ਸਾਗਰ ਹੋ, ਸੁੱਖਾਂ ਦੇ ਦਾਤੇ ਹੋ ਤੇ ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਤੁਹਾਡੀ ਸ਼ਰਨ ਪਿਆ ਸੁਖ ਮਿਲਦਾ ਹੈ ਜੀ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ, ਮੈਂ ਧਰ ਤੇਰੀ ਪਾਰ ਬ੍ਰਹਮ, ਤੇਰੇ ਤਾਣ ਰਹਾਉ। ਨਿਮਾਣਿਆ ਪ੍ਰਭ ਮਾਣ ਤੂੰ, ਤੇਰੇ ਸੰਗ ਸਮਾਉ। ਬਲ ਵੀ, ਤਾਣ ਵੀ, ਤਾਕਤ ਵੀ, ਧਰ ਜਿਹਨੂੰ ਕਹਿੰਦੇ ਆ ਆਸਰਾ। ਚਰਨ ਕਮਲ ਕਾ ਆਸਰਾ, ਦੂਜਾ ਨਾ ਹੀ ਠਾਉ। ਤੇ ਇਸ ਕਰਕੇ ਅਰਦਾਸ ਦੇ ਵਿੱਚ ਜੇ ਸਰੀਰ ਤੰਦਰੁਸਤ ਹੈ ਨਾ, ਫਿਰ ਜਦ ਅਰਦਾਸ ਵਿੱਚ ਖੜੇ ਹੋਣਾ ਤੇ ਕਿਸੇ ਦੀ ਟੇਕ ਲੈ ਕੇ ਨਹੀਂ ਖੜੇ ਹੋਣਾ, ਜਿੰਨਾ ਚਿਰ ਤੱਕ ਸਰੀਰ ਤੰਦਰੁਸਤ ਹੈ। ਕੰਧ ਦੀ ਟੇਕ ਅਸੀਂ ਲੈ ਲੈਂਦੇ ਹਾਂ, ਟੇਢੇ ਹੋ ਜਾਂਦੇ ਹਾਂ। ਧਰ ਉਸ ਵਾਹਿਗੁਰੂ ਦੀ ਲੈਣੀ ਹੈ ਅਰਦਾਸ ਦੇ ਵਿੱਚ ਵੀ। ਇੱਕ ਸੰਕੇਤ ਹੈ ਭਾਈ, ਬਸ ਸੰਕੇਤ ਹੈ। ਪੂਰਨ ਵਿਸ਼ਵਾਸ ਫਿਜ਼ੀਕਲੀ ਵੀ ਤੇ ਮੈਂਟਲੀ ਵੀ, ਮਨ ਕਰਕੇ ਵੀ ਤੇ ਤਨ ਕਰਕੇ। ਆਸ ਉਹਦੀ ਹੈ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰਾ ਤਾਣ ਰਹਾਉ। ਤੇਰੀ ਤਾਕਤ ਦੇ ਅਧੀਨ ਹਾਂ ਮੈਂ ਵਾਹਿਗੁਰੂ। ਨਿਮਾਣਿਆ ਪ੍ਰਭ ਮਾਣ ਤੂੰ, ਤੇਰਾ ਸੰਗ ਸਮਾਉ। ਨਿਮਾਣਿਆਂ ਦਾ ਮਾਣ ਕਰਨ ਵਾਲਾ। ਬੀਰਬਲ ਦੀ ਗਾਥਾ, ਅਕਬਰ ਬੀਰਬਲ ਬੜਾ ਸੁਣਦੇ ਹਾਂ ਅਸੀਂ। ਬੀਰਬਲ ਦੀਆਂ ਰੋਚਕ ਕਹਾਣੀਆਂ ਬਚਪਨ ਤੋਂ ਔਰ ਸੁਣਦੇ ਆ ਰਹੇ ਹਾਂ ਤੇ ਹੁਣੇ ਵੀ ਸੁਣਾਈਆਂ ਜਾਂਦੀਆਂ। ਚੁਟਕਲੇ ਬੜੇ ਚੱਲਦੇ ਨੇ।
बड़ी ज़्यादा। पर एक गल याद रखियो, बीरबल ने धमकी दी सी गुरु अर्जुन देव महाराज जी को, तो सतगुरु गुरु अर्जुन देव महाराज जी ने एक ही गल कही सी सिखां नूं कि भाई बीरबल तो भी वड्डा जिहड़ा आसरा है ना, सानू उहदे ते ताकत ते उहदी ताकत ते उहदे आसरे ते माण है। ये बीरबल भी 100 भी आ जाण तां भी कुछ नहीं बिगाड़ सकते। कला बीरबल नहीं, पीपा भगत वर्गा भी धमकियां दिंदा सी, चंदू भी सी, सखी सरवरां दा भी दबाव सी गुरु अर्जुन देव महाराज उत्ते। नक्शबंदियां ने भी अपनी वाह पूरी ला ली सी गुरु अर्जुन साहब जी नूं खत्म करने लई। जहांगीर दी तस्बी नीति, आहा हा हा, घोर पाप ते इन्ने गंदे लफ्ज़ गुरु अर्जुन देव महाराज जी नहीं लिखता है, नहीं बोले जाते कई बार। सारा कुछ गुरु साहब दे उल्ट सी, पर सच्चे पातशाह फिर निमाणिया प्रभ मान तू, तेरा संग समाओ मैनू तेरा संग वाहिगुरू, मैं निमाणा ते तेरे ताण दा आसरा है। इस ताण अगे किसी दी ताकत नहीं चलती। अज जिन्हें जोर लगाते सारिया ने कि चंदू कहता ना कि बादशाह जहांगीर तेरा ही नाम रहेगा, तेरा ही सदा आसरा रहेगा, तेरे ही नगाड़े वजणगे, सब खत्म हो गए। तो जिन्होंने खत्म करने की कोशिश की गई, उगवणों तै आथवणों चौचक्की कियन लोआ, तखत बैठा अर्जुन गुरु सतगुर का खिवै चंदोआ। किड्डी किड्डी शोभा गुरु अर्जुन साहब की कोई खत्म नहीं कर सकता। इस करके जेड़ा प्रभु का सहारा लेगा, वक्ती तौर पर तो लगेगा शायद ये हार गया, पर सच रूप दे विच जित उहदी होएगी। और समय विच आने वाले समय जां समय दे विच वाहिगुरू वो प्रगट करेगा जी। आओ जी हुण नाम जपण ते आराधन दे सुख की हैगे, अंतम तुकां च सरवण करिए, फिर समाप्ति है जी। हर जपिए आराधिए जपो जी। 8 पहर गोविंद जी, प्राण तन तन रखे, कर किरपा राखी जिंद, नानक सगले दोख उतारे अन, प्रभ पार ब्रह्म बख्शिंद। 8 पहर वाहिगुरू जी, हर जपिया आराधिया 8 पहर गोविंद। 8 पहर गुरु नूं वाहिगुरू नूं ध्याईए, 8 पहर उहदा आराधन करिए, ये उहदी टेक है, ये उहदा आसरा है। मन च तो ख्याल होया ना कि मैं तुहाडा मान ते ताण किवें लवां, किवें मैं तुहाडा आसरा लवां। 8 पहर उहनूं ध्याउणा। जी प्राण तन धन रखे, तन भी रखण वाला, धन भी, सब कुछ रखण वाला, जिंद भी, प्राण भी, कर किरपा राखी जिंद। इत्थों तक जान दा भी मालक उही है। नानक सगले दोख उतारियन, प्रभ पार ब्रह्म बख्शिंद। सारे साडे कीते पाप भी दूर कर दिंदा जदों प्रभु बख्शिंद होए। सुलही ते नारायण राख, सुलही का हाथ कहीं ना पहुँचे, सुली होए मुआ नापाक। वो नापाक मुआ मरिया आके जेड़ा माड़े कर्मा करके, माड़े अपने मन दे ख्याल करके चढ़िया सी। रखण वाले प्रभु ने, प्रभु रखणहार ने। ये जरूरी नहीं है कि जिंद जां जान जां शरीर खत्म हो गया, शरीर ते आण जाण वाला है, ये सदा ही याद रखियो। पर जे शरीर दे विच सच अणख लई, सच लई और सच दी होंद कायम रखण लई जिन्हां ने अपना जीवन समर्पण किया, वो सदा ही प्रभु की बख्शिंद दे पात्र बने रहिंदे ने। उन्हां दे उत्तों प्रभु की कृपा नहीं खत्म होंदी। इत्थे समय की समाप्ति है। श्री गुरु ग्रंथ साहब जी का कोटान कोट शुकराना, आप सारिया संगतां दा कोटान कोट शुकराना, धन्नवाद है। भाई साहब जी का धन्नवाद है। बाणी पढ़दियाँ विचार करदियाँ बेअंत भुलां गलतियाँ हो गई ने, आप अनजान समझ के बख्श देना जी। गज के फतेह बुलाओ सारे, आखो जी वाहिगुरू जी का खालसा वाहिगुरू जी की फतेह। वाहिगुरु साहिब जियो।